ਸਾਰਿਆਂ ਨੂੰ ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਟੂਡੈਂਟਸ। ਜੋ ਆਪਣਾ ਨੈਕਸਟ ਟੌਪਿਕ ਹੈ ਕੰਪਿਊਟਰ ਦੇ ਵਿੱਚ ਸਟੂਡੈਂਟਸ, ਉਹ ਹੈ ਇਨਪੁੱਟ ਐਂਡ ਆਊਟਪੁੱਟ ਡਿਵਾਈਸ। ਦੇਖੋ ਇਨਪੁੱਟ ਤੇ ਆਊਟਪੁੱਟ ਡਿਵਾਈਸ ਕਿਹੜੇ ਹੁੰਦੇ ਆ ਸਟੂਡੈਂਟਸ? ਜਿਹੜੇ ਡਿਵਾਈਸਿਸ ਇਨਪੁੱਟ ਜਾਂ ਆਊਟਪੁੱਟ ਪ੍ਰੋਵਾਈਡ ਕਰਾਉਂਦੇ ਆ ਕੰਪਿਊਟਰ ਸਿਸਟਮ ਦੇ ਵਿੱਚ, ਇਹਨਾਂ ਨੂੰ ਪੈਰੀਫਿਰਲ ਡਿਵਾਈਸਿਸ ਵੀ ਕਹਿ ਦਿੰਦੇ ਆ। ਤਾਂ ਇਨਪੁੱਟ ਤੇ ਆਊਟਪੁੱਟ ਡਿਵਾਈਸਿਸ ਬਾਰੇ ਆਪਾਂ ਸਟੱਡੀ ਕਰਦੇ ਹਾਂ। ਤਾਂ ਪਹਿਲੇ ਨੰਬਰ 'ਤੇ ਇਹ ਚੀਜ਼ ਸਮਝੋ ਕਿ ਇਨਪੁੱਟ ਹੁੰਦਾ ਕੀ ਹੈ। ਇਨਪੁੱਟ ਦਾ ਮਤਲਬ ਇਹ ਹੈ ਵੀ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਉਹ ਕੰਪਿਊਟਰ ਦੇ ਵਿੱਚ ਜਾ ਰਹੀ ਹੈ, ਕੰਪਿਊਟਰ ਦੇ ਵਿੱਚ ਐਂਟਰ ਕਰ ਰਹੀ ਹੈ ਉਹ ਇਨਫੋਰਮੇਸ਼ਨ। ਉਸ ਤੋਂ ਬਾਅਦ ਉਹ ਐਗਜ਼ੀਕਿਊਟ ਹੋਏਗੀ ਜਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਫੈਚ ਹੋਏਗੀ। ਉਸ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਜਾਂ ਐਗਜ਼ੀਕਿਊਸ਼ਨ ਹੋਣ ਤੋਂ ਬਾਅਦ ਪ੍ਰੋਪਰ ਉਸ ਤੋਂ ਬਾਅਦ ਆਪਾਂ ਨੂੰ ਆਊਟਪੁੱਟ ਮਿਲੇਗੀ। ਠੀਕ ਹੈ ਜੀ। ਤਾਂ ਇਨਪੁੱਟ ਤੇ ਆਊਟਪੁੱਟ ਡਿਵਾਈਸ ਦੇ ਵਿੱਚ ਫਸਟ ਹੈ ਇਨਪੁੱਟ ਡਿਵਾਈਸ। ਤਾਂ ਇਨਪੁੱਟ ਡਿਵਾਈਸ ਕਿਹੜੇ ਆ ਦੇਖੋ, ਕੀਬੋਰਡ, ਟਰੈਕ ਬੋਲ, ਸਕੈਨਰ, ਵੈਬ ਕੈਮ, OCR, MICR, OMR, ਕਿੰਬਾਲ, ਸਪੀਚ ਰੈਕੋਗਨਾਈਜੇਸ਼ਨ ਸਿਸਟਮ, ਲਾਈਟ ਪੈਨ, ਟੱਚ ਸਕਰੀਨ, ਮਾਊਸ, ਜੋਇਸਟਿਕ, ਮਾਈਕਰੋਫੋਨ, ਬਾਰਕੋਡ ਰੀਡਰ। ਇਹ ਸਾਰੇ ਇਨਪੁੱਟ ਡਿਵਾਈਸ ਇਹਨਾਂ ਦਾ ਲੈਣਾ ਤਾਂ ਇੱਕ ਸਕਰੀਨਸ਼ਾਟ ਲੈ ਲਿਓ ਬੜੇ, ਕਿਉਂਕਿ ਇੰਪੋਰਟੈਂਟ ਹੈ, ਕਿਉਂਕਿ ਇਹਨਾਂ ਵਿੱਚੋਂ ਕਈ ਵਾਰੀ ਐਵੇਂ ਕੁਐਸਚਨ ਪੁੱਛ ਲੈਂਦੇ ਆ ਵੀ ਇਹਨਾਂ 'ਚੋਂ ਕਿਹੜਾ ਇਨਪੁੱਟ ਡਿਵਾਈਸ ਹੈਗਾ। ਤਾਂ ਆਊਟਪੁੱਟ ਡਿਵਾਈਸ ਦੇ ਨਾਲ ਇਹਨਾਂ ਦੇ ਵਿੱਚੋਂ ਕੋਈ ਵੀ ਇਨਪੁੱਟ ਡਿਵਾਈਸ ਦੇ ਦਿੰਦੇ ਆ ਤਾਂ ਇੱਕ ਕੁਐਸਚਨ ਆ ਜਾਂਦਾ ਇਨਪੁੱਟ ਡਿਵਾਈਸ 'ਤੇ। ਫਸਟ ਹੈ ਜੀ ਕੀਬੋਰਡ। ਕੀਬੋਰਡ ਹੈ ਜਿਹੜਾ ਉਹ ਇੱਕ ਬੇਸਿਕ ਇਨਪੁੱਟ ਡਿਵਾਈਸ ਹੈ ਨਾ। ਤਾਂ ਇਹਦੇ ਵਿੱਚ ਬੇਸਿਕਲੀ 104 ਕੀਜ਼ ਹੁੰਦੀਆਂ ਕੀਬੋਰਡ ਦੇ ਵਿੱਚ, ਜਿਹਦੇ 'ਚ 26 ਹੈ ਜਿਹੜੀਆਂ ਉਹ ਆਪਣੀਆਂ ਅਲਫਾਬੈਟਿਕ ਕੀ ਹੈ ਨਮੈਰਿਕ ਕੀਜ਼ ਹੁੰਦੀਆਂ 0 ਤੋਂ 9 ਤੱਕ। ਦੈਨ ਆਪਣੇ ਕੋਲ ਫੰਕਸ਼ਨਲ ਕੀਜ਼ ਹੁੰਦੀਆਂ F to F12। ਦੈਨ 4 ਕੀਜ਼ ਬਣੀਆਂ ਹੁੰਦੀਆਂ ਜਿਹੜੀਆਂ ਅਪ, ਡਾਊਨ, ਇਨ, ਲੈਫਟ ਅਤੇ ਰਾਈਟ। ਇਸ ਲਈ ਯੂਜ਼ ਕੀਤਾ ਜਾਂਦਾ ਇਹਨਾਂ ਨੂੰ ਐਰੋ ਕੀਜ਼ ਵੀ ਕਹਿ ਦਿੰਦੇ ਆ, ਜਾਂ ਇਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਰਜ਼ਰ ਕੰਟਰੋਲ ਕੀਜ਼ ਵੀ ਕਹਿ ਦਿੰਦੇ ਹੈ ਨਾ। ਅੱਛਾ, ਉਸ ਤੋਂ ਬਾਅਦ ਆ ਗਿਆ ਜੀ ਨੈਕਸਟ ਮਾਊਸ। ਮਾਊਸ ਦੀ ਇਨਵੈਂਸ਼ਨ ਇੰਪੋਰਟੈਂਟ ਹੈ। ਮਾਊਸ ਦੀ ਇਨਵੈਂਸ਼ਨ ਡੋਗਲਸ ਐਂਗਲਬਰਟ ਨੇ ਕੀਤੀ ਸੀ। ਔਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਇਹ ਕਰ ਦੱਸਣਾ ਕਿ ਕੀਬੋਰਡ ਦੀ ਇਨਵੈਂਸ਼ਨ ਕਿਸ ਨੇ ਕੀਤੀ ਸੀ। ਮਾਊਸ ਦੀ ਇਨਵੈਂਸ਼ਨ ਮੈਂ ਦੱਸ ਰਿਹਾ ਕਿ ਮਾਊਸ ਦੀ ਇਨਵੈਂਸ਼ਨ ਹੈ ਨਾ ਜਿਹੜੀ, ਉਹ ਡੋਗਲਸ ਐਂਗਲਬਰਟ ਨੇ ਕੀਤੀ ਸੀ। ਠੀਕ ਹੈ। ਮਾਊਸ ਦੇ ਵਿੱਚ ਮੇਨਲੀ ਇਹ ਮੇਨਲੀ 4 ਐਕਸ਼ਨ ਕਰਦਾ ਹੈ ਕੰਮ ਮਾਊਸ ਨਾ। ਕਲਿੱਕ, ਡਬਲ ਕਲਿੱਕ, ਰਾਈਟ ਕਲਿੱਕ ਅਤੇ ਡਰੈਗ ਐਂਡ ਡਰੋਪ। ਦੇਖੋ ਕਲਿੱਕ ਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਕਲਿੱਕ ਕੀਤਾ, ਲੈਫਟ ਬਟਨ ਨੂੰ ਪ੍ਰੈਸ ਕੀਤਾ, ਲੈਫਟ ਜਿਹੜਾ ਬਟਨ ਹੁੰਦਾ ਮਾਊਸ 'ਤੇ, ਤਾਂ ਉਹਦੇ ਨਾਲ ਹੁੰਦਾ ਕੀ ਹੈ ਵੀ ਜਨਰਲੀ ਬਲਿਊ ਜਿਹਾ ਆਈਕਨ ਹੋ ਜਾਂਦਾ। ਫਿਰ ਜੇ ਮੰਨ ਲਓ ਤੁਸੀਂ ਉਹਦੇ 'ਤੇ ਡਬਲ ਕਲਿੱਕ ਕਰਦੇ ਹੋ ਤਾਂ ਉਹ ਓਪਨ ਹੋ ਜਾਂਦਾ। ਮਤਲਬ ਡਬਲ ਕਲਿੱਕ ਦਾ ਕੰਮ ਕੀ, ਉਸ ਪਰਟੀਕੂਲਰ ਜਿਹੜੀ ਵੀ ਥਿੰਗ 'ਤੇ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਓਪਨ ਕਰ ਸਕਦੇ ਹੋ। ਦੈਨ ਰਾਈਟ ਕਲਿੱਕ ਨਾਲ ਕੀ ਹੈ, ਲਿਸਟ ਆਫ ਕਮਾਂਡ ਸਾਰੀ ਖੁੱਲ੍ਹ ਜਾਂਦੀ ਹੈ। ਔਰ ਡਰੈਗ ਐਂਡ ਡਰੋਪ ਕੀ ਹੈ ਵੀ ਤੁਸੀਂ ਇੱਕ ਪੁਆਇੰਟ ਤੋਂ ਚੱਕ ਕੇ ਦੂਸਰੇ ਪੁਆਇੰਟ 'ਤੇ ਜੇ ਇਨਫੋਰਮੇਸ਼ਨ ਲੈ ਕੇ ਜਾਣੀ ਹੈ ਤਾਂ ਉਹ ਡਰੈਗ ਐਂਡ ਡਰੋਪ ਹੋ ਜਾਂਦਾ ਹੈ। ਠੀਕ ਹੈ। ਟਰੈਕ ਬੋਲ ਕੀ ਹੈ ਜੀ, ਅਲਟਰਨੇਟਿਵ ਹੈ ਮਾਊਸ ਦਾ, ਪੁਰਾਣੇ ਟਾਈਮ 'ਚ ਯੂਜ਼ ਕੀਤੀ ਜਾਂਦੀ ਸੀ। ਠੀਕ ਹੈ। ਮੇਨਲੀ ਇਹ ਕੈਡ, ਕੈਮ ਅਤੇ ਮੈਡੀਕਲ ਫੀਲਡ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਟਰੈਕ ਬੋਲ। ਜੋਇਸਟਿਕ ਗੇਮਸ ਦੇ ਲਈ ਹੁੰਦੀ ਹੈ ਹੈ ਨਾ। ਅਤੇ ਨੈਕਸਟ ਹੈ ਜੀ ਸਕੈਨਰ। ਸਕੈਨਰ ਦੇ ਵਿੱਚ ਕੀ ਹੁੰਦਾ, ਇਨਪੁੱਟ ਜਿਹੜੀ ਫੈਚ ਹੁੰਦੀ ਹੈ, ਇਨਪੁੱਟ ਡਾਟਾ ਜਿਹੜਾ ਜਾਂਦਾ ਸਕੈਨਰ ਦੇ ਵਿੱਚ, ਇਮੇਜਿਸ ਵਗੈਰਾ ਮੰਨ ਲਓ ਜਾਂ ਟੈਕਸਟ ਵਗੈਰਾ ਸਕੈਨ ਕਰਕੇ ਐਂਟਰ ਹੋ ਜਾਂਦਾ। ਦੈਨ ਮਾਈਕਰੋਫੋਨ ਜਿਵੇਂ ਆਪਾਂ ਮਾਈਕ ਜਿਹੜਾ ਆਪਾਂ ਵੇਖਦੇ ਹਾਂ ਜਾਂ ਹੈ ਨਾ, ਜਿਵੇਂ ਪਿਕ ਵੀ ਬਣੀ ਹੋਈ ਹੈ ਮਾਈਕ ਦੀ, ਜਾਂ ਆਪਣੇ ਫੋਨਸ ਦੇ ਵਿੱਚ ਵੀ ਮਾਈਕਰੋਫੋਨ ਹੁੰਦਾ ਜਿਹੜਾ ਆਪਣੀ ਵਾਇਸ ਨੂੰ ਜਿਹੜਾ ਉਹ ਐਗਜ਼ੀਕਿਊਟ ਜਦੋਂ ਕਰਦਾ, ਆਪਾਂ ਜਦੋਂ ਬੋਲਦੇ ਹਾਂ ਤਾਂ ਵਾਇਸ ਹੈ ਜਿਹੜੀ ਉਹ ਅੰਦਰ ਲੈ ਕੇ ਜਾਂਦਾ ਹੈ ਨਾ, ਤਾਂ ਉਹ ਮਾਈਕਰੋਫੋਨ ਹੈ। ਵੈਬ ਕੈਮਰਾ ਅਗੇਨ ਹੈ ਜਿਹੜਾ ਉਹ ਇਨਪੁੱਟ ਡਿਵਾਈਸ ਹੈ। ਦੈਨ ਬਾਰਕੋਡ ਰੀਡਰ, ਇਹ ਇੰਪੋਰਟੈਂਟ ਹੈ ਜੀ। ਬਾਰਕੋਡ ਰੀਡਰ ਕੀ ਹੈ, ਇਲੈਕਟ੍ਰੋਨਿਕਸ ਡਿਵਾਈਸ ਹੈ ਫॉर ਰੀਡਿੰਗ ਇਨਫੋਰਮੇਸ਼ਨ ਕੰਟੇਨ ਇਨ ਏ ਪ੍ਰਿੰਟਡ ਬਾਰਕੋਡ। ਪ੍ਰਿੰਟਡ ਬਾਰਕੋਡ ਦੇਖੋ ਜਿਵੇਂ ਨੀਚੇ ਬਾਰਸ ਬਣੀਆਂ ਹੋਈਆਂ, ਸਟ੍ਰਿਪਸ ਬਣੀਆਂ ਹੋਈਆਂ। ਠੀਕ ਹੈ। ਤਾਂ ਇਹਨੂੰ ਰੀਡ ਕਰਨ ਦੇ ਲਈ ਬਾਰਕੋਡ ਰੀਡਰ ਯੂਜ਼ ਕੀਤਾ ਜਾਂਦਾ ਹੈ। ਅਤੇ ਇਹਨੂੰ ਪੁਆਇੰਟ ਆਫ ਸੇਲ ਸਕੈਨਰ ਵੀ ਕਹਿ ਦਿੱਤੇ ਜਾਂਦੇ ਆ। ਠੀਕ ਹੈ। ਸੁਪਰ ਮਾਰਕੀਟ ਵਗੈਰਾ ਦੇ ਵਿੱਚ ਅੱਜ ਕੱਲ੍ਹ ਇਹੀ ਯੂਜ਼ ਕੀਤਾ ਜਾਂਦਾ। ਦੈਨ OCR, ਓਪਟੀਕਲ ਕਰੈਕਟਰ ਰੈਕੋਗਨਾਈਜੇਸ਼ਨ। OCR ਮਤਲਬ ਓਪਟੀਕਲ ਕਰੈਕਟਰ ਰੈਕੋਗਨਾਈਜੇਸ਼ਨ ਕੀ ਕਰਦਾ ਜੀ, ਰੀਡ ਕਰਦਾ ਡਾਟਾ ਦੈਟ ਹੈਜ਼ ਬਿਨ ਟਾਈਪਡ ਔਰ ਹੈਂਡ ਰਿਟਨ ਔਨ ਏ ਸੋਰਸ ਡਾਕੂਮੈਂਟ, ਜਿਵੇਂ ਕਿਸੇ ਵੀ ਸੋਰਸ ਡਾਕੂਮੈਂਟ 'ਤੇ ਲਿਖਿਆ ਹੈ। ਹਾਂਜੀ, ਨੈਕਸਟ ਹੈ ਜੀ ਮੈਗਨੈਟਿਕ ਇੰਕ ਕਰੈਕਟਰ ਰੈਕੋਗਨਾਈਜੇਸ਼ਨ। ਮੋਸਟ ਇੰਪੋਰਟੈਂਟ ਹੈ ਜੀ, ਇਹਦੀ ਫੁੱਲ ਫੋਮ ਯਾਦ ਰੱਖਣੀ ਹੈ। ਜ਼ਿਆਦਾਤਰ ਐਂ ਪੁੱਛਿਆ ਜਾਂਦਾ ਹੁੰਦਾ ਵੀ MICR ਦੀ ਫੁੱਲ ਫੋਮ ਕੀ ਹੈ, ਤਾਂ ਇਹਨੂੰ ਮੈਗਨੈਟਿਕ ਇੰਕ ਕਰੈਕਟਰ ਰੈਕੋਗਨਾਈਜੇਸ਼ਨ ਜਾਂ ਰੀਡਰ ਵੀ ਕਹਿ ਦਿੰਦੇ ਆ। ਤਾਂ
ਇਹ ਕੀ ਕਰਦੇ ਆ, ਰੀਡਿੰਗ ਮੈਗਨੈਟਿਕ ਇੰਕ ਕਰੈਕਟਰ ਔਨ MICR ਡਾਕੂਮੈਂਟ। ਜਿਹੜੇ ਚੈੱਕ ਹੁੰਦੇ ਆ ਨਾ ਜੀ ਉਹਨਾਂ ਤੇ MICR ਹੀ ਹੁੰਦਾ, ਮਤਲਬ ਜਦੋਂ ਚੈੱਕ ਰੀਡ ਕੀਤੇ ਜਾਂਦੇ ਤਾਂ ਉੱਤੇ MICR ਕੋਡ ਹੁੰਦਾ, ਬੈਂਕਿੰਗ ਚੈੱਕ, ਠੀਕ ਹੈ। ਦੈਨ ਆ ਗਿਆ ਜੀ OMR ਓਪਟੀਕਲ ਮਾਰਕ ਰੀਡਰ, ਅਗੇਨ ਇਹਦੀ ਫੁੱਲ ਫੋਰਮ ਬਹੁਤ ਇੰਪੋਰਟੈਂਟ ਹੈ, ਤੈਨੂੰ ਕਈ ਵਾਰੀ ਇਹਨੂੰ ਮਾਰਕ ਸੈਂਸ ਰੀਡਰ ਵੀ ਕਹਿ ਦਿੱਤੇ ਜਾਂਦੇ ਹੈ, ਠੀਕ ਹੈ। ਉਸ ਤੋਂ ਬਾਅਦ ਕਿੰਪਬੋਲ ਟੈਗ ਰੀਡਰ, ਇਹਦਾ ਨਾਮ ਯਾਦ ਰੱਖਣਾ ਜ਼ਰੂਰ। ਸਪੀਚ ਰੈਕੋਗਨਾਈਜੇਸ਼ਨ ਸਿਸਟਮ, ਇਹ ਸਿੰਪਲ ਹੈ ਵੀ ਸਪੀਚ ਰੈਕੋਗਨਾਈਜੇਸ਼ਨ ਹੋ ਰਹੀ ਹੈ ਨਾ। ਲਾਈਟ ਪੈਨ ਆਪਾਂ ਡੇਲੀ ਲਾਈਫ 'ਚ ਯੂਜ਼ ਕਰਦੇ ਹਾਂ। ਟੱਚ ਸਕਰੀਨ, ਇਹ ਸਾਰੇ ਹੈ ਨਾ ਜੀ ਜਿਹੜੇ ਇਨਪੁੱਟ ਡਿਵਾਈਸ ਹੈ, ਅਤੇ 15 ਦੇ 15 ਇਨਪੁੱਟ ਡਿਵਾਈਸ ਤੁਸੀਂ ਯਾਦ ਜ਼ਰੂਰ ਰੱਖਣੇ ਹੈ। ਇੱਕ ਦੋ ਵਾਰ ਇਹਨੂੰ ਰਿਵਾਈਜ਼ ਕਰੋਗੇ ਤੁਹਾਨੂੰ ਯਾਦ ਹੋ ਜਾਣਗੇ। ਦੈਨ ਹੈ ਜੀ ਆਊਟਪੁੱਟ ਡਿਵਾਈਸ। ਦੇਖੋ ਤੁਸੀਂ ਕੋਈ ਵੀ ਇਨਫੋਰਮੇਸ਼ਨ ਆਪਾਂ ਕੰਪਿਊਟਰ ਦੇ ਵਿੱਚ ਐਂਟਰ ਕਰਵਾਈ ਸੀ, ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਨੂੰ ਆਪਾਂ ਬਾਹਰ ਜਦੋਂ ਦੁਬਾਰਾ ਆਪਾਂ ਨੂੰ ਆਊਟਪੁੱਟ ਰੂਪ ਦੇ ਵਿੱਚ ਚਾਹੀਦੀ ਹੈ ਨਾ, ਤਾਂ ਫੈਚ ਹੋਣ ਤੋਂ ਬਾਅਦ ਤਾਂ ਉਹ ਕਿਸ ਤਰੀਕੇ ਆ ਸਕਦੀ ਹੈ। ਜਾਂ ਤਾਂ ਮੇਰੇ ਮੋਨੀਟਰ ਦੇ ਥਰੂ ਆ ਜੇ, ਜਾਂ ਉਹ ਮੇਰੇ ਪ੍ਰਿੰਟਰ ਦੇ ਥਰੂ ਪ੍ਰਿੰਟ ਹੋ ਕੇ ਆ ਜੇ, ਜਾਂ ਉਹ ਸਪੀਕਰ ਦੇ ਥਰੂ ਵੋਇਸ ਬਣ ਕੇ ਆ ਜੇ, ਜਾਂ ਉਹ ਸਕਰੀਨ ਇਮੇਜ ਪ੍ਰੋਜੈਕਟਰ ਦੇ ਥਰੂ ਆ ਜੇ, ਜਾਂ ਉਹ ਪਲੋਟਰ ਦੇ ਥਰੂ ਆ ਜੇ। ਪਲੋਟਰ ਐਕਚੁਅਲ ਦੇ ਵਿੱਚ ਜਿਵੇਂ ਅੱਜ ਦੇ ਟਾਈਮ ਫਲੈਕਸ ਮਸ਼ੀਨ ਵਗੈਰਾ ਚੱਲਦੀ ਆ ਉਹਨੂੰ ਕਹਿ ਦਿੰਦੇ ਆ, ਠੀਕ ਹੈ। ਤਾਂ ਫਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਜੀ ਮੋਨੀਟਰ ਦੀ। ਮੋਨੀਟਰ ਹੈ ਜਿਹੜਾ ਇੱਕ ਆਊਟਪੁੱਟ ਡਿਵਾਈਸ ਹੈ ਜਿਹੜਾ ਡਿਸਪਲੇ ਕਰਦਾ ਆਲ ਵਰਕ ਡਨ ਐਂਡ ਇਮੇਜਿਸ ਔਨ ਦਾ ਸਕਰੀਨ। ਇੰਪੋਰਟੈਂਟ ਚੀਜ਼ ਕੀ ਹੈ, ਇਹਨੂੰ VDU ਕਹਿੰਦੇ ਆ। ਲਾਸਟ ਟਾਈਮ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਕਿ ਮੋਨੀਟਰ ਨੂੰ ਹੋਰ ਕੀ ਕਹਿ ਦਿੱਤਾ ਜਾਂਦਾ, ਤਾਂ ਮੋਨੀਟਰ ਨੂੰ VDU ਕਹਿੰਦੇ ਆ। VDU ਮਤਲਬ ਵਿਜ਼ੂਅਲ ਡਿਸਪਲੇ ਯੂਨਿਟ, ਠੀਕ ਹੈ। ਅੱਛਾ, ਮੇਨਲੀ ਹੈ ਨਾ ਜਿਹੜੇ ਮੋਨੀਟਰ ਹੈ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ, CRT ਅਤੇ ਕੈਥੋਡ ਰੇ ਟਿਊਬ 'ਤੇ ਮੋਨੀਟਰ ਹੁੰਦਾ, ਅਤੇ ਇੱਕ LCD ਹੁੰਦਾ। LCD ਆਪਾਂ ਡੇਲੀ ਲਿਕੁਇਡ ਕ੍ਰਿਸਟਲ ਡਿਸਪਲੇ ਆਪਾਂ ਡੇਲੀ ਲਾਈਫ ਦੇ ਵਿੱਚ ਵੀ ਯੂਜ਼ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪ੍ਰਿੰਟਰ ਦੀ, ਤਾਂ ਪ੍ਰਿੰਟਰ ਹੈ ਜਿਹੜੇ ਉਹ ਮੇਨਲੀ ਹੈ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ, ਹੈ ਨਾ। ਆਪਾਂ ਵੇਖਦੇ ਹਾਂ, ਇੱਕ ਹੁੰਦਾ ਇੰਪੈਕਟ ਪ੍ਰਿੰਟਰ, ਇੱਕ ਹੁੰਦਾ ਨੋਨ ਇੰਪੈਕਟ ਪ੍ਰਿੰਟਰ, ਠੀਕ ਹੈ। ਜੇ ਆਪਾਂ ਇੰਪੈਕਟ ਪ੍ਰਿੰਟਰ ਦੀ ਗੱਲ ਕਰੀਏ ਤਾਂ ਸਟੂਡੈਂਟਸ ਇੱਕ ਚੀਜ਼ ਹੋਰ ਹੈ ਵੀ ਜਿਹੜਾ ਪ੍ਰਿੰਟਰ ਹੈ ਨਾ, ਪ੍ਰਿੰਟਰ ਦੇ ਵਿੱਚੋਂ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ, ਤਾਂ ਪ੍ਰਿੰਟਰ ਆਪਾਂ ਥੋੜ੍ਹੀ ਜਿਹੀ ਡਿਟੇਲ 'ਚ ਕਰਾਂਗੇ। ਤਾਂ ਦੇਖੋ ਪ੍ਰਿੰਟਰ ਦੇ ਵਿੱਚ ਫਸਟ ਕੈਟਾਗਰੀ ਮੈਂ ਬੋਲੀ ਹੈ ਇੰਪੈਕਟ ਪ੍ਰਿੰਟਰ, ਅਤੇ ਸੈਕਿੰਡ ਕੈਟਾਗਰੀ ਮੈਂ ਦੱਸੀ ਹੈ ਨੋਨ ਇੰਪੈਕਟ ਪ੍ਰਿੰਟਰ। ਇੰਪੈਕਟ ਪ੍ਰਿੰਟਰ ਉਹ ਹੋਏਗਾ ਜਦੋਂ ਇੰਪੈਕਟ ਪ੍ਰਿੰਟਰ ਡਿਵਾਈਸਿਸ ਟਰਾਂਸਫਰ ਦਾ ਇਮੇਜ ਔਨ ਪੇਪਰ ਬਾਏ ਸਟਰਾਈਕਿੰਗ ਏ ਪੇਪਰ, ਮਤਲਬ ਇੰਪੈਕਟ ਪੈ ਰਿਹਾ, ਮਤਲਬ ਪ੍ਰਭਾਵ ਪੈ ਰਿਹਾ, ਤਾਂ ਮਤਲਬ ਇਹ ਪੇਪਰ ਨੂੰ ਹੈ ਜਿਹੜਾ ਟੱਚ ਕਰ ਰਿਹਾ, ਤਾਂ ਕੀ ਹੋਏਗਾ, ਪੇਪਰ ਸਟਰਾਈਕਿੰਗ ਏ ਪੇਪਰ, ਰਿਬਨ ਐਂਡ ਕਰੈਕਟਰ ਟੂਗੈਦਰ। ਤਾਂ ਤਿੰਨੇ ਚੀਜ਼ਾਂ ਇਕੱਠੀਆਂ ਇਹਦੇ ਵਿੱਚ ਨਾ ਜਿਹੜੀਆਂ ਉਹ ਟੱਚ ਹੋਣਗੀਆਂ, ਵੀ ਪੇਪਰ ਵੀ, ਰਿਬਨ ਵੀ ਅਤੇ ਕਰੈਕਟਰ ਵੀ, ਠੀਕ ਹੈ। ਤਾਂ ਇਹਦੇ ਵਿੱਚ ਮੇਨਲੀ ਦੋ ਐਗਜ਼ਾਮਪਲ ਇਹਦੀਆਂ। ਫਸਟ ਹੈ ਜੀ ਡੋਟ ਮੈਟ੍ਰਿਕਸ ਪ੍ਰਿੰਟਰ, ਅਤੇ ਸੈਕਿੰਡ ਹੈ ਡੇਜ਼ੀ ਵੀਲ, ਠੀਕ ਹੈ। ਤਾਂ ਡੋਟ ਮੈਟ੍ਰਿਕਸ ਦੇ ਵਿੱਚ ਕੀ ਹੁੰਦਾ ਜੀ, ਦ ਟਰਮ ਡੋਟ ਮੈਟ੍ਰਿਕਸ ਰੈਫਰ ਟੂ ਦ ਪ੍ਰੋਸੈਸ ਆਫ ਪਲੇਸਿੰਗ ਡੋਟਸ ਟੂ ਫੋਰਮ ਐਨ ਇਮੇਜ, ਦ ਕੁਆਲਿਟੀ ਆਫ ਦ ਇਮੇਜ ਬੀਂਗ ਡਿਟਰਮਾਈਨਡ ਦ ਡੋਟਸ ਪਰ ਇੰਚ। ਮੋਸਟ ਇੰਪੋਰਟੈਂਟ ਚੀਜ਼ ਹੈ ਜੀ ਵੀ ਕੁਆਲਿਟੀ ਆਫ ਇਮੇਜ ਕਿਵੇਂ ਡਿਟਰਮਾਈਨਡ ਕੀਤੀ ਜਾਂਦੀ ਹੈ। ਤਾਂ ਕੁਆਲਿਟੀ ਆਫ ਇਮੇਜ ਕਿਵੇਂ ਡਿਟਰਮਾਈਨਡ ਕੀਤੀ ਜਾਂਦੀ ਹੈ ਜੀ, ਡੋਟਸ ਪਰ ਇੰਚ। ਆਈ ਰਿਪੀਟ, ਕੀ ਹੈ ਜਿਹੜਾ ਡੋਟ ਮੈਟ੍ਰਿਕਸ ਪ੍ਰਿੰਟਰ ਹੈ, ਡੋਟ ਮੈਟ੍ਰਿਕਸ ਪ੍ਰਿੰਟਰ ਦੇ ਵਿੱਚ ਕੀ ਹੁੰਦਾ, ਰੈਫਰ ਟੂ ਦਾ ਪ੍ਰੋਸੈਸ ਆਫ ਪਲੇਸਿੰਗ ਡੋਟਸ ਟੂ ਫੋਰਮ ਐਨ ਇਮੇਜ, ਠੀਕ ਹੈ। ਜੇ ਪ੍ਰੋਸੈਸ ਹੈ ਵੀ ਜਿਵੇਂ ਜਿਸ ਹਿਸਾਬ ਨਾਲ ਡੋਟਸ ਰੱਖੇ ਜਾਂਦੇ ਆ, ਉਸ ਤੋਂ ਬਾਅਦ ਉਸ 'ਤੇ ਇਮੇਜ ਕ੍ਰੀਏਟ ਹੋ ਜਾਂਦੀ ਹੈ। ਤਾਂ ਐਗਜ਼ਾਮੀਨਰ ਤੁਹਾਨੂੰ ਇਹ ਪੁੱਛਦਾ ਹੁੰਦਾ ਵੀ ਇਮੇਜ ਦੀ ਕੁਆਲਿਟੀ ਆ ਜਿਹੜੀ ਉਹ ਕਿਵੇਂ ਮੈਜ਼ਰ ਕੀਤੀ ਜਾਂਦੀ ਹੈ, ਤਾਂ ਉਹ ਡੋਟਸ ਪਰ ਇੰਚ ਦੇ ਰੂਪ ਦੇ ਵਿੱਚ ਮੈਜ਼ਰ ਕੀਤੀ ਜਾਂਦੀ ਆ। ਇੱਕ ਤੁਹਾਡੇ ਕੋਲ ਇਮੇਜ ਬਣੀ ਹੋਈ ਹੈ ਡੋਟ ਮੈਟ੍ਰਿਕਸ ਪ੍ਰਿੰਟਰ ਦੀ, ਤਾਂ ਤੁਸੀਂ ਇਹਨੂੰ ਦੇਖ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਹੁੰਦਾ ਕੀ ਹੈ ਜੀ, ਡੋਟ ਮੈਟ੍ਰਿਕਸ ਪ੍ਰਿੰਟਰ ਦੇ ਨਾ ਐਕਚੁਅਲ ਦੇ ਵਿੱਚ ਇੱਕ ਪ੍ਰਿੰਟਰ ਹੈੱਡ ਹੁੰਦਾ ਜਿਹੜਾ ਟੂ ਐਂਡ ਫਰੋ ਮਤਲਬ ਔਰ ਅਪ ਡਾਊਨ, ਅੱਗੇ ਪਿੱਛੇ ਜਾਂ ਉੱਪਰ ਨੀਚੇ ਕੰਮ ਕਰਦਾ। ਉਸ ਤੋਂ ਬਾਅਦ ਦਾ ਪੇਜ ਐਂਡ ਦਾ ਪ੍ਰਿੰਟ ਬਾਏ ਸਟਰਾਈਕਿੰਗ ਐਂਡ ਇੰਕ ਸੋਕਡ ਰਿਬਨ ਅਗੇਂਸਟ ਦਾ ਪੇਪਰ। ਤਾਂ ਇਹਦੇ ਵਿੱਚ ਕੀ ਹੋਊਗਾ ਵੀ ਜਿਹੜਾ ਪੇਪਰ ਲੱਗਾ ਹੁੰਦਾ ਉਹਦੇ 'ਤੇ ਰਿਬਨ ਹੈ ਜਿਹੜਾ ਹੈ ਨਾ ਉਹ ਸਟਰਾਈਕ ਕਰਦਾ, ਉਸ ਤੋਂ ਬਾਅਦ ਨਿਕਲ ਜਾਂਦਾ, ਉਸ ਤੋਂ ਬਾਅਦ ਹੈ ਜਿਹੜਾ ਉਹ ਇਮੇਜ ਬਣ ਕੇ ਆ ਜਾਂਦੀ। ਲੇਕਿਨ ਤੁਹਾਨੂੰ ਇਹਦਾ ਪ੍ਰੋਸੈਸ ਨਹੀਂ ਪਤਾ ਹੋਣਾ ਚਾਹੀਦਾ। ਤੁਸੀਂ ਇਸ 'ਚ ਦੋ ਹੀ ਗੱਲਾਂ ਯਾਦ ਰੱਖਣੀਆਂ। ਫਸਟ ਆਫ ਆਲ ਡੋਟ ਮੈਟ੍ਰਿਕਸ ਪ੍ਰਿੰਟਰ ਟਾਈਪ ਕਿੰਦੀ ਹੈ, ਤਾਂ ਇੰਪੈਕਟ ਪ੍ਰਿੰਟਰ ਦੀ ਟਾਈਪ ਹੈ। ਸੈਕਿੰਡ ਹੈ ਵੀ ਜਿਹੜੀ ਕੁਆਲਿਟੀ ਆਫ ਇਮੇਜ ਕਿਹਦੇ ਦੁਆਰਾ ਡਿਟਰਮਾਈਨਡ ਕੀਤੀ ਜਾਂਦੀ ਹੈ, ਤਾਂ ਡੋਟਸ ਪਰ ਇੰਚ ਦੀ ਦੁਆਰਾ ਮੈਜ਼ਰ ਕੀਤੀ ਜਾਂਦੀ ਹੈ। ਤੁਸੀਂ ਸਿਰਫ ਇੰਨੀ ਚੀਜ਼ ਨੂੰ ਯਾਦ ਰੱਖਣਾ। ਨੈਕਸਟ ਹੈ ਜੀ ਆਪਣੇ ਕੋਲ ਡੇਜ਼ੀ ਵੀਲ ਪ੍ਰਿੰਟਰ। ਡੇਜ਼ੀ ਵੀਲ ਪ੍ਰਿੰਟਰ ਔਰ
ਜੋ ਡੋਟ ਮੈਟ੍ਰਿਕਸ ਪ੍ਰਿੰਟਰ ਹੈ ਇਹਦੇ ਵਿੱਚੋਂ ਨਾ ਐਗਜ਼ਾਮੀਨਰ ਇਹ ਕੁਐਸਚਨ ਪੁੱਛਦਾ ਹੁੰਦਾ ਵੀ ਡੇਜ਼ੀ ਵੀਲ ਪ੍ਰਿੰਟਰ ਫਸਟ ਆਫ ਆਲ ਕਿਹੜੀ ਕੈਟਾਗਰੀ 'ਚ ਆਏਗਾ, ਤਾਂ ਆਪਾਂ ਆਨਸਰ ਦੇਵਾਂਗੇ ਵੀ ਜਿਹੜਾ ਡੇਜ਼ੀ ਵੀਲ ਪ੍ਰਿੰਟਰ ਹੈ ਉਹ ਇੰਪੈਕਟ ਪ੍ਰਿੰਟਰ ਦੀ ਕੈਟਾਗਰੀ 'ਚ ਆਏਗਾ। ਦੈਨ ਆਨਸਰ ਕੁਐਸਚਨ ਹੁੰਦਾ ਇੱਕ ਵੀ ਇਹਨਾਂ ਦੇ ਵਿੱਚੋਂ ਸਲੋ ਕਿਹੜਾ ਹੈ, ਤਾਂ ਜਿਹੜਾ ਡੇਜ਼ੀ ਵੀਲ ਪ੍ਰਿੰਟਰ ਹੈ ਉਹ ਸਲੋ ਹੈ। ਤੁਸੀਂ ਆਹ ਦੋ ਚੀਜ਼ਾਂ ਦੇ ਵਿੱਚ ਯਾਦ ਰੱਖਣੀਆਂ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਜੀ ਨੋਨ ਇੰਪੈਕਟ ਪ੍ਰਿੰਟਰ। ਨੋਨ ਇੰਪੈਕਟ ਪ੍ਰਿੰਟਰ ਥੋੜ੍ਹੀ ਜਿਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਟਾਈਪਸ ਉਹ ਫਰਦਰ ਕਾਫੀ ਹੋ ਜਾਂਦੀਆਂ। ਤਾਂ ਇੰਪੈਕਟ ਦੀਆਂ ਤਾਂ ਆਪਾਂ ਤੁਹਾਨੂੰ ਯਾਦ ਹੋ ਹੀ ਗਈਆਂ ਵੀ ਡੇਜ਼ੀ ਵੀਲ ਅਤੇ ਉੱਪਰ ਵਾਲਾ ਹੀ ਸੀਗਾ ਡੋਟ ਮੈਟ੍ਰਿਕਸ। ਆ ਦੋ ਤੁਸੀਂ ਯਾਦ ਰੱਖਣੀਆਂ, ਠੀਕ ਹੈ ਜੀ। ਇੰਪੈਕਟ ਪ੍ਰਿੰਟਰ ਦੇ ਵਿੱਚ ਹੋ ਗਿਆ ਦੋ ਉੱਪਰ, ਅਤੇ ਨੋਨ ਇੰਪੈਕਟ ਦੇ ਵਿੱਚ ਕੀ ਹੈ, ਨੋਨ ਇੰਪੈਕਟ ਦੇ ਵਿੱਚ ਹੋਏਗਾ ਇਟ ਇਜ਼ ਦ ਟਾਈਪ ਆਫ ਪ੍ਰਿੰਟਰ ਦੈਟ ਡਜ਼ ਨਾਟ ਆਪਰੇਟ ਬਾਈ ਸਟਰਾਈਕਿੰਗ ਏ ਹੈਡ ਅਗੇਂਸਟ ਰਿਬਨ। ਵੀ ਇਹਦੇ ਵਿੱਚ ਰਿਬਨ ਔਰ ਜਿਹੜਾ ਪ੍ਰਿੰਟਰ ਆਉਂਦਾ ਹੈਡ ਹੈ ਜਿਹੜਾ ਉਹ ਸਟਰਾਈਕ ਨਹੀਂ ਕਰੇਗਾ, ਤਾਂ ਮਤਲਬ ਠੀਕ ਹੈ। ਤਾਂ ਐਗਜ਼ਾਮਪਲਸ ਨੋਨ ਇੰਪੈਕਟ ਦੀਆਂ ਹੈਗੀਆਂ ਲੇਜ਼ਰ ਅਤੇ ਇੰਕਜੈਟ ਪ੍ਰਿੰਟਰ ਹੈ, ਠੀਕ ਹੈ। ਇਹਨਾਂ ਦੀ ਕੁਆਲਿਟੀ ਵੀ ਜ਼ਿਆਦਾ ਵਧੀਆ ਹੈ, ਨੋਇਸੀ ਇੰਨੇ ਨਹੀਂ ਹੁੰਦੇ ਉਹਨਾਂ ਦੇ ਕੰਪੈਰੀਜ਼ਨ 'ਚ ਘੱਟ ਹੁੰਦੇ ਆ ਨੋਇਸੀ, ਠੀਕ ਹੈ। ਫਸਟ ਹੈ ਜੀ ਇੰਕਜੈਟ, ਔਰ ਉਸ ਤੋਂ ਬਾਅਦ ਸੈਕਿੰਡ ਹੈ ਲੇਜ਼ਰ ਪ੍ਰਿੰਟਰ, ਥਰਡ ਹੈ ਥਰਮਲ ਪ੍ਰਿੰਟਰ, ਠੀਕ ਹੈ। ਤਾਂ ਮੇਨ ਜਿਹੜਾ ਇਹਦੇ ਵਿੱਚ ਆਪਾਂ ਫਸਟ ਹੈ ਇੰਕਜੈਟ, ਠੀਕ ਹੈ। ਇਹਦੀ ਨਾ ਪ੍ਰਿੰਟਿੰਗ ਕੁਆਲਿਟੀ ਇੰਕਜੈਟ ਦੀ ਹੈ ਜਿਹੜੀ ਉਹ ਕਾਫੀ ਵਧੀਆ ਹੁੰਦੀ ਹੈ, ਜਿਵੇਂ 360 DPI to 600 DPI ਹੈ ਜਿਹੜੀ ਇਹਦੀ ਕੁਆਲਿਟੀ ਹੈ। ਦੈਨ ਲੇਜ਼ਰ ਤਾਂ ਜੀ ਜਿਹੜਾ ਇਹਦੀ ਸਪੀਡ ਕਾਫੀ ਵਧੀਆ ਹੁੰਦੀ ਹੈ, ਜਿਵੇਂ ਕਹਿ ਦਿੰਦੇ ਆ ਕਿ 12 ਤੋਂ 20 ਪੇਜ ਪਰ ਮਿੰਟ ਕੱਢ ਸਕਦਾ। ਦੈਨ ਥਰਮਲ ਪ੍ਰਿੰਟਰ ਨੂੰ ਇਲੈਕਟ੍ਰੋ ਥਰਮਲ ਪ੍ਰਿੰਟਰ ਵੀ ਕਹਿ ਦਿੱਤਾ ਜਾਂਦਾ। ਨੈਕਸਟ ਹੈਗਾ ਜੀ ਸਪੀਕਰ ਆਪਾਂ ਨੂੰ ਪਤਾ ਆਪਾਂ ਡੇਲੀ ਲਾਈਫ 'ਚ ਯੂਜ਼ ਕਰਦੇ ਹਾਂ, ਇੱਕ ਆਊਟਪੁੱਟ ਡਿਵਾਈਸ ਹੈ। ਦੈਨ ਪਲੋਟਰ ਬਾਰੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਵੀ ਇੱਕ ਤਰ੍ਹਾਂ ਦਾ ਜਿਹੜੀ ਫੈਕਸ ਮਸ਼ੀਨ ਹੈ ਨਾ, ਜਦੋਂ ਪ੍ਰਿੰਟ ਕੱਢਦੇ ਆ ਜਿਹੜੇ ਫਲੈਕਸ ਵਗੈਰਾ ਨਿਕਲਦੇ ਆ, ਫਲੈਕਸ ਮਸ਼ੀਨ ਹੈ ਜਿਹੜੀ, ਜਾਂ ਫਲੈਕਸ ਵਗੈਰਾ ਜਿਹੜੇ ਨਿਕਲਦੇ ਆ ਉਹ ਪਲੋਟਰ ਦੇ ਥਰੂ ਹੀ ਨਿਕਲਦੇ ਆ, ਠੀਕ ਹੈ। ਤਾਂ ਇੱਕ ਤਰ੍ਹਾਂ ਦਾ ਵੱਡਾ ਪ੍ਰਿੰਟਰ ਹੁੰਦਾ ਹੈ। ਵੱਡਾ ਪ੍ਰਿੰਟਰ ਮਤਲਬ ਸੈਂਸ ਕਿ ਵੱਡੀਆਂ ਇਮੇਜਿਸ ਜਿਹੜੀਆਂ ਉਹ ਇੱਕ ਪੇਪਰ ਵਗੈਰਾ 'ਤੇ ਜਾਂ ਇੱਕ ਸ਼ੀਟ 'ਤੇ ਕੱਢਣੀਆਂ ਹੋਣ ਤਾਂ ਉਹਦੇ ਲਈ ਆਪਾਂ ਪਲੋਟਰ ਨੂੰ ਯੂਜ਼ ਕਰਦੇ ਹਾਂ। ਦੈਨ ਸਕਰੀਨ ਇਮੇਜ ਪ੍ਰੋਜੈਕਟਰ ਤੁਸੀਂ ਦੇਖ ਰਹੇ ਹੋ, ਇਹ ਆਪਾਂ ਆਪਦੀ ਡੇਲੀ ਲਾਈਫ 'ਚ ਦੇਖਿਆ ਹੈ। ਅਤੇ ਇਹ ਸਾਰਾ ਸੀਗਾ ਜੀ ਇਨਪੁੱਟ ਡਿਵਾਈਸ ਬਾਰੇ। ਅੱਗੋਂ ਇਹਨਾਂ ਦੇ ਹੁਣ ਕੁਐਸਚਨ ਕਰਦੇ ਹਾਂ ਆਪਾਂ। 2 ਟਾਈਪ ਆਫ ਆਊਟਪੁੱਟ ਡਿਵਾਈਸ ਕਿਹੜੇ ਆ, ਮੋਨੀਟਰ ਅਤੇ ਪ੍ਰਿੰਟਰ। ਦੇਖੋ ਫਲੋਪੀ ਐਂਡ CD ਨਹੀਂ ਹੈਗੇ ਕਿਉਂਕਿ ਇਹ ਸਟੋਰੇਜ ਡਿਵਾਈਸ ਹੈ। ਕੀਬੋਰਡ ਅਤੇ ਮਾਊਸ ਇਨਪੁੱਟ ਡਿਵਾਈਸ ਹੈ। ਆਊਟਪੁੱਟ ਪੁੱਛਿਆ ਤਾਂ ਆਊਟਪੁੱਟ ਆਪਣੇ ਕੋਲ ਕਿਹੜੇ, ਮੋਨੀਟਰ ਅਤੇ ਪ੍ਰਿੰਟਰ ਹੈ। ਮਾਊਸ ਟੈਕਨੀਕ ਯੂਜ਼ਡ ਫॉर ਅਸੈਸਿੰਗ ਪ੍ਰੋਪਰਟੀਜ਼ ਆਫ ਐਨੀ ਆਬਜੈਕਟ। ਤਾਂ ਮਾਊਸ ਆਪਾਂ ਕਿਹੜੀ ਟੈਕਨੀਕ ਯੂਜ਼ ਕਰਦੇ ਹਾਂ, ਮਾਊਸ ਜਦੋਂ ਉਹਦੀਆਂ ਪ੍ਰੋਪਰਟੀਜ਼ ਤਾਂ ਆਪਾਂ ਰਾਈਟ ਕਲਿੱਕ ਨੱਪਦੇ ਹਾਂ ਤਾਂ ਹੀ ਉਹ ਤੋਂ ਪ੍ਰੋਪਰਟੀਜ਼ ਨਿਕਲਦੀਆਂ ਨਾ ਹੁੰਦੀਆਂ। ਡੋਟ ਮੈਟ੍ਰਿਕਸ ਕਿਹਦੀ ਟਾਈਪ ਹੈ ਜੀ, ਤਾਂ ਕੀ ਸਕੈਨਰ ਦੀ ਟਾਈਪ ਹੈ, ਨਹੀਂ। ਕੀ ਕੀਬੋਰਡ ਦੀ ਟਾਈਪ ਹੈ, ਨਹੀਂ। ਪ੍ਰਿੰਟਰ ਦੀ ਟਾਈਪ ਹੈ, ਹਾਂਜੀ ਪ੍ਰਿੰਟਰ ਦੀ ਟਾਈਪ ਹੈ। ਟੈਬ ਕੀ ਹਾਂਜੀ, ਟੈਬ ਕੀ ਕਾਹਦੇ ਲਈ ਯੂਜ਼ ਕੀਤੀ ਜਾਂਦੀ ਹੈ, ਟੂ ਮੂਵ ਦਾ ਕਰਸਰ ਔਨ ਸਕਰੀਨ ਨੋ, ਟੂ ਮੂਵ ਅ ਕਰਸਰ ਨੋ, ਓਨਲੀ A and B ਨੋ, ਤਾਂ ਮੇਨਲੀ B ਹੈ, ਟੂ ਇੰਡੈਂਟ ਅ ਪੈਰਾਗ੍ਰਾਫ, ਠੀਕ ਹੈ। ਉਸ ਤੋਂ ਬਾਅਦ ਟੂ ਗੋ ਟੂ ਦਾ ਬਿਗਨਿੰਗ ਆਫ ਟੈਕਸਟ ਲਾਈਨ ਪ੍ਰੈਸ, ਹਾਂਜੀ ਇਹ ਇੰਪੋਰਟੈਂਟ ਹੈ ਵੀ ਜਦੋਂ ਵੀ ਤੁਸੀਂ ਕਿਸੇ ਟੈਕਸਟ ਲਾਈਨ ਦੀ ਬਿਗਨਿੰਗ 'ਤੇ ਜਾਣਾ ਨਾ, ਮਤਲਬ ਉਹਦੀ ਸਟਾਰਟਿੰਗ 'ਤੇ ਜਾਣਾ ਹੈ, ਤਾਂ ਤੁਸੀਂ ਕੀਬੋਰਡ ਦੀ ਕਿਹੜੀ ਕੀ ਨੂੰ ਕਹਿੰਦਾ ਪ੍ਰੈਸ ਕਰੋਗੇ, ਤਾਂ ਆਪਾਂ ਹੋਮ ਕੀ ਨੂੰ ਪ੍ਰੈਸ ਕਰਾਂਗੇ। ਮੋਸਟ ਕੋਮਨ ਇਨਪੁੱਟ ਡਿਵਾਈਸ ਕਿਹੜੇ ਹੈ, ਤਾਂ ਕਿ ਮਾਈਕਰੋਫੋਨ ਪ੍ਰਿੰਟਰ ਹੈ, ਨਹੀਂ ਕਿਉਂਕਿ ਪ੍ਰਿੰਟਰ ਦਾ ਆਊਟਪੁੱਟ ਆ ਗਿਆ। ਅਗੇਨ C ਆਪਸ਼ਨ 'ਚ ਸਪੀਕਰ ਆਊਟਪੁੱਟ ਆ ਗਿਆ। ਦੈਨ ਸਕੈਨਰ ਮੋਨੀਟਰ, ਸਕੈਨਰ ਇਨਪੁੱਟ ਹੈ, ਮੋਨੀਟਰ ਆਊਟਪੁੱਟ ਹੈ। ਦੈਨ ਕੀਬੋਰਡ ਅਤੇ ਮਾਊਸ, ਤਾਂ ਕੀਬੋਰਡ ਅਤੇ ਮਾਊਸ ਆਪਣੇ ਕੋਲ ਮੋਸਟ ਕਾਮਨ ਹੈ। ਟੂ ਸੀ ਆਲ ਇਨਫੋਰਮੇਸ਼ਨ ਵਿਚ ਡਿਵਾਈਸ ਆਊਟਪੁੱਟ ਯੂਜ਼, ਤਾਂ ਸਾਰੀ ਇਨਫੋਰਮੇਸ਼ਨ ਦੇਖਣ ਲਈ ਕੀਬੋਰਡ ਯੂਜ਼ ਕਰਾਂਗੇ, ਨਹੀਂ ਆਪਾਂ ਕੀ ਕਰਾਂਗੇ, ਮੋਨੀਟਰ ਯੂਜ਼ ਕਰਾਂਗੇ। ਟਾਈਪ ਆਫ ਮਾਊਸ ਇਜ਼, ਹਾਂਜੀ ਟਾਈਪ ਆਫ ਮਾਊਸ ਦੇਖੋ ਆਹ ਵੀ ਕੁਐਸਚਨ ਇੰਪੋਰਟੈਂਟ ਹੈ, ਸਟੂਡੈਂਟਸ ਪੇਪਰ ਦੇ ਵਿੱਚ ਆਇਆ ਹੈ। ਟਾਈਪ ਆਫ ਮਾਊਸ ਕੀ ਹੈ ਨਾ, ਹੁਣ ਇਹ ਮਕੈਨੀਕਲ ਜਨਰਲ ਹੈ, ਨਹੀਂ। ਫੁੱਲ ਡੁਪਲੈਕਸ ਹੈ, ਆਟੋਮੈਟਿਕਲ ਹੈ, ਨਹੀਂ। ਇਹ ਐਕਚੁਅਲ 'ਚ ਓਪਟੀਕਲ ਮਕੈਨੀਕਲ ਹੈ ਟਾਈਪ ਆਫ ਮਾਊਸ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਨੰਬਰ ਆਫ ਫੰਕਸ਼ਨ ਕੀਜ਼ ਨੇ ਕੀਬੋਰਡ, ਤਾਂ ਫੰਕਸ਼ਨ ਕੀਜ਼ ਕਿੰਨੀਆਂ ਹੁੰਦੀਆਂ, F1 ਤੋਂ F12 ਤੱਕ ਤਾਂ ਫੰਕਸ਼ਨ ਕੀਜ਼, ਦੇਰ ਆਰ 12 ਫੰਕਸ਼ਨ ਕੀਜ਼।
हाँ जी, ਪ੍ਰਿੰਟਰ ਹੈਡ ਐਂਡ ਪੇਪਰ ਇਜ਼ ਟਚਡ। ਤੇ ਜਦੋਂ ਮੈਂ ਤੁਹਾਨੂੰ ਇੰਪੈਕਟ ਪ੍ਰਿੰਟਰ ਕਰਾਇਆ ਸੀ ਤਾਂ ਹੁਣੇ ਮੈਂ ਤੁਹਾਨੂੰ ਕਿਹਾ ਸੀ ਕਿ ਇੰਪੈਕਟ ਪ੍ਰਿੰਟਰ ਦੇ ਕੇਸ ਦੇ ਵਿੱਚ ਕੀ ਹੈ, ਪ੍ਰਿੰਟਿੰਗ ਹੈਡ ਤੇ ਪੇਪਰ ਹੈ ਜਿਹੜੇ ਉਹ ਆਪਸ 'ਚ ਟੱਚ ਹੁੰਦੇ ਆ। ਕੁਐਸਚਨ ਨੰਬਰ 11 ਦੇਖੋ, ਬਾਈ ਵਿਚ ਪ੍ਰਿੰਟਰ ਏ ਕਰੈਕਟਰ ਪ੍ਰਿੰਟ ਇਨ ਓਨਲੀ ਵਨ ਸਟ੍ਰੋਕ। ਇਹ ਕਰੈਕਟਰ ਮਤਲਬ ਇੱਕ ਹੀ ਕਰੈਕਟਰ ਹੋਏਗਾ। ਤਾਂ ਡੋਟ ਮੈਟ੍ਰਿਕਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਡੋਟ ਮੈਟ੍ਰਿਕਸ ਦੇ ਵਿੱਚ ਡੋਟਸ ਵਗੈਰਾ ਇਮੇਜ ਕ੍ਰੀਏਟ ਹੋਣ ਤੋਂ ਪਹਿਲਾਂ ਬਣਦੇ ਆ, ਹੈ ਨਾ। ਤਾਂ ਡੋਟ ਮੈਟ੍ਰਿਕਸ ਦੇ ਵਿੱਚ ਹੁੰਦਾ ਹੈ ਇੱਕ ਇੱਕ ਕਰੈਕਟਰ ਕਰਕੇ ਪ੍ਰਿੰਟ ਹੁੰਦਾ ਹੈ। ਨੈਕਸਟ ਹੈ ਜੀ, ਵਿੱਚ ਉਹਦਾ ਫੋਲੋਇੰਗ ਇਜ਼ ਨੋਟ ਐਨ ਇਨਪੁਟ ਡਿਵਾਈਸ। ਤਾਂ ਵੇਖਦੇ ਸਾਰੀ ਕਲੀਅਰ ਹੈ ਜੀ, ਮੋਨੀਟਰ ਹੈ ਜਿਹੜਾ ਉਹ ਆਊਟਪੁੱਟ ਡਿਵਾਈਸ ਹੈ। ਕੀਬੋਰਡ ਕਿਹੜਾ ਡਿਵਾਈਸ ਹੈ ਜੀ, ਕੀਬੋਰਡ ਅਗੇਨ ਇਨਪੁੱਟ ਡਿਵਾਈਸ ਹੈ। हाँ जी, मोस्ट इंपोर्टेंट क्वेश्चन है 14 विच ऑफ द फॉलोइंग प्रोड्यूस हाई क्वालिटी आउटपुट। तो प्लॉटर है ਜਿਹੜਾ देखो इंपैक्ट प्रिंटर नहीं, नॉन इंपैक्ट प्रिंटर नहीं, लेकिन इंपैक्ट और नॉन इंपैक्ट प्रिंटर तो उत्ते भी कुछ है हाई क्वालिटी आउटपुट ਦੇ ਲਈ। ਤਾਂ ਉਹ ਕਿਹੜਾ प्लॉटर है। नेक्स्ट है जी, the work done by a computer operator is displayed in which of the following part of the computer। ਤਾਂ ਮੋਨੀਟਰ ਹੈ, ਮੋਨੀਟਰ ਨੂੰ VDU ਵੀ ਕਹਿ ਦਿੰਦੇ ਆ, VDU ਮਤਲਬ ਵਿਜ਼ੂਅਲ ਡਿਸਪਲੇ ਯੂਨਿਟ। हाँ जी, नेक्स्ट क्वेश्चन है 16th नंबर, विच ऑफ द फॉलोइंग इज द मीडियम ऑफ आउटपुट। तो की स्कैनर है, स्कैनर इनपुट है, कीबोर्ड भी इनपुट है, माउस भी इनपुट है, तो प्रिंटर है जोड़ा वो आउटपुट डिवाइस है। नैक्सट है जी, विच ऑफ द फॉलोइंग यूज टू इनपुट इन कंप्यूटर इन डिजिटल फॉर्म। तो स्कैनर है जोड़ा वो डिजिटल फॉर्म के इनपुट लैके जाता है, ठीक है, क्योंकि कीबोर्ड नाल आपां टाइप करांगे, मोनीटर आउटपुट है, माउस भी इनपुट है। उस तो बाद है जी ਜਿਹੜੀ ਮਾਊਸ ਦੀ ਇਨਵੈਂਸ਼ਨ ਕੀਤੀ ਸੀਗੀ ਹੈ ਨਾ, ਉਹ 1963 ਦੇ ਵਿੱਚ ਕੀਤੀ ਸੀ। ਤਾਂ ਕਰਕੇ ਆਪਾਂ ਜਿਹੜਾ ਆਨਸਰ ਆ ਉਹ ਨਨ ਆਫ ਦੀਜ਼ 18th ਕੁਐਸਚਨ ਦਾ ਡੋਗਲਸ ਐਂਗਲਬਰਟ ਨੇ ਕੀਤੀ ਸੀ। ਤਾਂ ਆਨਸਰ ਕੀ ਬਣੇਗਾ, ਨਨ ਆਫ ਦੀਜ਼, ਬਿਕੋਜ਼ ਦਾ ਆਨਸਰ ਇਜ਼ 1963। ਹਾਊ ਮੈਨੀ ਟਾਈਪਸ ਆਫ ਪ੍ਰਿੰਟਰ ਆਰ ਦੇਅਰ। ਤਾਂ ਦੇਅਰ ਆਰ ਦਾ 2 ਟਾਈਪ ਆਫ ਪ੍ਰਿੰਟਰ। ਕਿਹੜੇ ਕਿਹੜੇ ਆ ਜੀ, ਇੰਪੈਕਟ ਤੇ ਨੋਨ ਇੰਪੈਕਟ। ਇਹ ਕਰੈਕਟਰ ਪ੍ਰਿੰਟਰ ਪ੍ਰਿੰਟਸ, ਹਾਂਜੀ ਇਹ ਇੰਪੋਰਟੈਂਟ ਹੈ। ਕਿੰਨੇ ਤੋਂ 2000 ਤੋਂ 4000 ਕਰੈਕਟਰ। ਇਹ ਕਰੈਕਟਰ ਪ੍ਰਿੰਟਰ ਹੈ ਜਿਹੜਾ ਉਹ 2000 ਤੋਂ 4000 ਜਿਹੜੇ ਕਰੈਕਟਰ ਆ ਉਹ ਪ੍ਰਿੰਟ ਕਰ ਸਕਦਾ ਹੈ। ਲਾਈਨ ਪ੍ਰਿੰਟਰ ਪ੍ਰਿੰਟਸ 400 to 200 ਲਾਈਨਸ ਪਰ ਮਿੰਟ, ਠੀਕ ਹੈ ਜੀ। ਇਹ ਸਕੈਨਰ ਲੁੱਕ ਲਾਈਕ ਏ ਡੈਸ਼ ਮਸ਼ੀਨ। ਤਾਂ ਸਕੈਨਰ ਕੀ ਹੈ, ਟਾਈਪ ਮਸ਼ੀਨ ਦੀ ਤਰ੍ਹਾਂ ਲੱਗਦਾ ਨਹੀਂ, ਫਰੈਂਕਿੰਗ ਮਸ਼ੀਨ ਦੀ ਤਰ੍ਹਾਂ ਨਹੀਂ। ਤਾਂ ਸਕੈਨਰ ਨੇ ਇੱਕ ਤਰ੍ਹਾਂ ਦਾ ਫੋਟੋ ਕਾਪੀ ਕਰਨ ਵਾਲਾ ਲੱਗਦਾ ਹੁੰਦਾ। ਤਾਂ ਜਿਵੇਂ ਫੋਟੋ ਕਾਪੀ ਹੋ ਰਹੀ ਹੈ ਉਸ ਤਰ੍ਹਾਂ ਦੀ ਮਸ਼ੀਨ ਵਾਂਗੂ ਲੱਗਦਾ। ਤਾਂ ਫੋਟੋ ਕਾਪੀਅਰ ਮਸ਼ੀਨ ਹੈ, ਠੀਕ ਹੈ। ਉਸ ਤੋਂ ਬਾਅਦ ਹਾਊ ਮੈਨੀ ਐਰੋ ਕੀਜ਼, ਕਿੰਨੀਆਂ ਐਰੋ ਕੀਜ਼ ਹੁੰਦੀਆਂ ਜੀ, ਤਾਂ ਅਪ ਡਾਊਨ ਲੈਫਟ ਤੇ ਰਾਈਟ। ਤਾਂ ਕਿੰਨੀਆਂ ਹੋ ਗਈਆਂ, 4। ਇਨ ਐਨੀ ਕਰੰਟ ਅਵੇਲੇਬਲ ਕੀਬੋਰਡ ਹਾਊ ਮੈਨੀ ਟਾਈਮਸ ਨੰਬਰ ਕੀਜ਼ ਆਰ ਰਿਪੀਟਿਡ। ਤਾਂ 2 ਵਾਰੀ ਹੁੰਦੀਆਂ ਨੰਬਰ ਕੀਜ਼, ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈ। ਨੈਕਸਟ ਹੈ ਜੀ, ਦ ਸਲੇਟ ਸ਼ੇਪਡ ਆਬਜੈਕਟ ਬਿਲੋ ਮਾਊਸ ਇਜ਼ ਕੋਲਡ। ਤਾਂ ਉਹ ਕਿਹੜਾ ਜੀ, ਮਾਊਸ ਪੈਡ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਆਊਟਪੁੱਟ ਡਿਵਾਈਸ। ਤਾਂ ਪ੍ਰਿੰਟਰ ਮੋਨੀਟਰ ਇਹ ਦੋਨੋਂ ਆਊਟਪੁੱਟ ਡਿਵਾਈਸ ਹੈ, ਮਾਊਸ ਇੱਕ ਇਨਪੁੱਟ ਡਿਵਾਈਸ ਹੈ, ਠੀਕ ਹੈ ਜੀ। ਵਿਚ ਆਫ ਦਾ ਵਟ ਕੈਨ ਬੀ ਫਾਰਮ ਆਫ ਡਾਟਾ। ਤਾਂ ਡਾਟਾ ਕਿਹੜੀ ਫਾਰਮ ਹੋ ਸਕਦਾ ਹੈ, ਰਿਟਨ ਅਤੇ ਅਨਰਿਟਨ। ਰਿਟਨ ਅਤੇ ਅਨਰਿਟਨ ਕਿਵੇਂ, ਜੇ ਆਪਾਂ ਪ੍ਰਿੰਟਿੰਗ ਫਾਰਮ ਦੇ ਵਿੱਚ ਲੈ ਲਿਆ ਤਾਂ ਆਪਾਂ ਨੂੰ ਰਿਟਨ ਮਿਲ ਗਿਆ, ਅਤੇ ਜੇ ਨੋਨ ਪ੍ਰਿੰਟਿੰਗ ਫਾਰਮ ਦੇ ਵਿੱਚ ਆਪਾਂ ਲੈ ਲਿਆ, ਜਸਟ ਸਕਰੀਨ 'ਤੇ ਵਿਜ਼ੀਬਲ ਹੋ ਰਿਹਾ, ਤਾਂ ਉਹ ਅਨਰਿਟਨ ਹੋ ਗਿਆ। ਤਾਂ ਇਹ ਸਾਰਾ ਸੀ ਸਟੂਡੈਂਟਸ 27 ਕੁਐਸਚਨ ਸੀਗੇ ਇਨਪੁੱਟ ਆਊਟਪੁੱਟ ਡਿਵਾਈਸ ਦੇ। ਔਰ ਉਸ ਦੇ ਨਾਲ ਆਪਾਂ ਇਹਦੀ ਥਿਊਰੀ ਪੜ੍ਹੀ ਹੈ। ਤੁਸੀਂ ਇਸ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ